पंजाब विच 14 फरवरी ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਮੁਲਤਵੀ कर ਦਿੱਤੀਆਂ ਗਈਆਂ ਹਨ। ਹੁਣ ਇਹ ਚੋਣਾਂ 14 ਫਰਵਰੀ ਦੀ ਬਜਾਏ 20 ਫਰਵਰੀ ਨੂੰ ਹੋਣਗੀਆਂ। ਇਹ ਫੈਸਲਾ ਅੱਜ ਚੋਣ ਕਮਿਸ਼ਨ ਦੀ ਹੋਈ ਬੈਠਕ ਵਿੱਚ ਲਿਆ ਗਿਆ ਹੈ। ਚੋਣ ਕਮਿਸ਼ਨ ਦੇ ਫੈਸਲੇ ਮੁਤਾबिक ਚੋਣਾਂ ਦੀ ਨੋਟੀਫਿਕੇਸ਼ਨ 25 जनवरी ਨੂੰ ਜਾਰੀ ਹੋਵੇਗੀ। ਨਾਮਜ਼ਦਗੀ ਦੀ ਆਖਰੀ ਤਾਰੀਖ 1 ਫਰਵਰੀ ਹੋਵੇਗੀ ਅਤੇ 2 ਫਰਵਰੀ ਨੂੰ ਪੜਤਾਲ ਹੋਵੇਗੀ। 4 ਫਰਵਰੀ ਤੱਕ ਉਮੀਦਵਾਰ ਆਪਣੀ ਨਾਮਜ਼ਦਗੀ ਵਾਪਸ ਲੈ ਸਕਣਗੇ ਅਤੇ 20 ਤਰੀਕ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਵੱਲੋਂ ਵੋਟਿੰਗ ਦੀ ਗਿਣਤੀ ਦੇ ਦਿਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਵੋਟਾਂ ਦੀ ਗਿਣਤੀ ਪਹਿਲਾਂ ਤੋਂ ਤੈਅ ਕੀਤੀ ਗਈ ਤਰੀਕ ਅਨੁਸਾਰ 10 ਮਾਰਚ ਨੂੰ ਹੀ ਹੋਵੇਗੀ। ਆਮ ਆਦਮੀ ਪਾਰਟੀ ਦੇ ਸੀਐਮ ਫੇਸ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਰਾਘਵ ਚੱਡਾ ਨੇ ਕਿਹਾ ਕਿ ਕੱਲ੍ਹ ਯਾਨੀ ਕਿ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਆਪ ਦਾ ਸੀਐਮ ਚਿਹਰਾ ਐਲਾਨ ਦਿੱਤਾ ਜਾਵੇਗਾ। ਕੱਲ੍ਹ ਦੁਪਹਿਰ ਨੂੰ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਆ ਰਹੇ ਹਨ, ਜਿੱਥੇ ਉਹ ਆਪ पंजाब के सीएम चेहरे का ऐलान करेंगे। इस दे नाल ही राघव चड्डा ने कांग्रेस पार्टी ते भी तिखे निशाने साधे। पंजाब के अगले मुख्यमंत्री का नाम ऐलान करने के लिए आ रहे हैं। कल जनता से, लोगों से, आम इंसानों से रायशुमारी करने के बाद आम आदमी पार्टी आपका अगला, पंजाब का अगला मुख्यमंत्री कौन होगा उसका नाम ऐलानेगी। आम आदमी पार्टी का 2022 के इलेक्शंस का, 2022 इलेक्शंस का सीएम फेस, सीएम कैंडिडेट कौन होगा उसके नाम की ऑफिशियल अनाउंसमेंट, औपचारिक घोषणा कल मुख्यमंत्री अरविंद केजरीवाल जी करेंगे। जिस लम्हे का आप सबको बड़ी बेसब्री से इंतजार था, हम सबको इंतजार था, हम सब जानना चाहते थे कि कब इन रिवायती पार्टियों से छुटकारा मिले और हमारे प्यारे सूबे पंजाब का अगला सीएम कौन होगा उसका नाम ऐलाना जाए। वो कल माननीय मुख्यमंत्री जी पंजाब की धरती पे आके, गुरुओं की इस धरती पर आकर करेंगे। आज की प्रेस कॉन्फ्रेंस का दूसरा इंपॉर्टेंट टॉपिक, कांग्रेस की पहली लिस्ट आ गई और कांग्रेस की पहली लिस्ट में भाई भतीजावाद, डायनेस्टिक पॉलिटिक्स, बड़े बड़े नेताओं के बेटों को, भाइयों को टिकट देने का एक फैशन नजर आया, जिसमें फतेहगढ़ साहब के मेंबर ऑफ पार्लियामेंट अमर सिंह जी के बेटे को रायकोट से कांग्रेस की टिकट मिली, अवतार हेनरी साहब के बेटे को जलंधर से टिकट मिली, ब्रह्म मोहिंद्रा साहब के बेटे को पटियाला देहाती से टिकट मिली। कई सारे बड़े बड़े नेताओं के रिश्तेदारों को टिकटें दी गईं, लेकिन मुख्यमंत्री चरणजीत सिंह चन्नी के अपने सगे भाई जो बस्सी पठाना में बहुत समय से जा भी रहे हैं और कांग्रेस पार्टी से लंबे अरसे से टिकट मांग रहे हैं, उनको टिकट नहीं दी गई। पंजाब प्रदेश कांग्रेस प्रधान नवजोत सिंह सिद्धू ਵੱਲੋਂ ਅੱਜ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਤਿੱਖੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਅਸੀਂ ਕੇਜਰੀਵਾਲ ਦੀ ਤਰ੍ਹਾਂ ਲੋਲੀਪੌਪ ਨਹੀਂ ਦੇ ਰਹੇ ਅਤੇ ਨਵਜੋਤ ਸਿੱਧੂ ਨੇ ਪੰਜਾਬ ਮਾਡਲ ਦੇ ਤਹਿਤ ਪੰਜਾਬ ਦੇ ਲੋਕਾਂ ਨੂੰ ਕਈ ਸਹੂਲਤਾਵਾਂ ਦੇਣ ਦਾ ਐਲਾਨ ਵੀ ਕੀਤਾ ਕਿ ਗ੍ਰਹਿਣੀਆਂ ਨੂੰ ਜਿਹੜੀਆਂ ਜ਼ਰੂਰਤਮੰਦ ਨੇ, ਇਹ ਸਮਝ ਲੈਣਾ ਹੁਣ ਨੌਕਰੀਸ਼ੁਦਾ ਨਹੀਂ ਕਿ ਤੁਸੀਂ ਕਹੋ ਜੀ ਵੀ ਜਿਹੜੀ ਨੌਕਰੀ ਕਰਦੀ ਹੈ 50,000 ਹੈ ਉਹਨੂੰ ਵੀ ਨਾ, ਜ਼ਰੂਰਤਮੰਦ ਜਿਹੜੀਆਂ ਗ੍ਰਹਿਣੀਆਂ ਨੇ 2,000 ਰੁਪਏ 8 ਸਿਲੰਡਰ। ਪੜ੍ਹਾਈ ਨੂੰ ਪੂਰੀ ਤਰ੍ਹਾਂ ਇਨਸੈਂਟੀਵਾਈਜ਼ ਕਰਾਂਗੇ। 5ਵੀਂ ਪਾਸ ਕਰੇਗੀ 5,000, 8ਵੀਂ ਪਾਸ ਕਰੇਗੀ 10,000, 10ਵੀਂ ਪਾਸ ਕਰੇਗੀ 15,000 ਨਾਲ ਟੈਬਲੇਟ, ਜਿਹੜੀ ਕਿ ਘਰੇ ਬੈਠ ਕੇ ਵੀ ਤੁਸੀਂ ਐਗਜ਼ਾਮਸ ਵਗੈਰਾ ਦੇ ਸਕਦੇ ਹੋ। 12ਵੀਂ ਪਾਸ ਕਰੇਗੀ 20,000 रुपए। और असी एंटरप्रेन्योर क्रिएट कर रहे हैं। असी कोई ये लॉलीपॉप नहीं दे रहे केजरीवाल वांग कि जी ते 18 साल तो उत्ते और तेरी वोट है तां तेनों असी 1,000 रुपए देंगे, तो जिहड़ियां 18 साल तो थल्ले उन्होंने कख नहीं देंगे। असी उन्होंने इकोनॉमी का हिस्सा बना रहे हैं, इकोनॉमी का हिस्सा बना रहे हैं, एक अगली जनरेशन दे विच इन्वेस्टमेंट कर रहे हैं,
ਪੜ੍ਹਾਈ 'ਚ ਇਨਵੈਸਟਮੈਂਟ ਕਰ ਰਹੇ ਹਾਂ 23 ਸਕਿੱਲ ਡਿਵੈਲਪਮੈਂਟ ਸੈਂਟਰ ਤੁਸੀਂ ਦੇਖ ਲਓ ਜਿੰਨੇ ਡਿਵੈਲਪਮੈਂਟ ਸੈਂਟਰ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਪੈਸਿਆਂ ਦੇ ਅੱਡੇ ਹੈ ਪੈਸੇ ਕਮਾਉਣ ਦੇ ਅੱਡੇ ਆ 4000 ਦੀ ਨੌਕਰੀ ਨਹੀਂ ਦੇ ਸਕਦੇ ਫਿਰ ਉਹ ਚਾਹੇ ਸਿਲਾਈ ਸਿੱਖੇ ਚਾਹੇ ਐਮਬਰਾਇਡਰੀ ਸਿੱਖੇ ਚਾਹੇ ਉਹ ਕੁਕਿੰਗ ਸਿੱਖੇ ਜਦੋਂ ਉਹ ਸਰਕਾਰੀ ਤੌਰ ਦੇ ਉੱਤੇ ਸਿੱਖੇਗੀ ਤੇ 2 ਲੱਖ ਤੋਂ 16 ਲੱਖ ਦਾ ਇੰਟਰਸਟ ਫ੍ਰੀ ਲੋਨ ਹੈ ਇਹ ਇਕਨੋਮੀ ਦੇ ਵਿੱਚ ਇਨਵੈਸਟ ਕਿਸ ਤਰ੍ਹਾਂ ਹੋਏਗਾ ਕਰੀਬ 32000 ਕਰੋੜ ਰੁਪਈਆ 30 ਤੋਂ 32000 ਕਰੋੜ ਰੁਪਈਆ ਰੇਤੇ ਚੋਂ ਔਰ ਕੋਈ ਵੀ ਸਵਾਲ ਪੁੱਛ ਸਕਦੇ ਹੋ ਰੇਤੇ ਦੇ ਵਿੱਚੋਂ ਬੜੀ ਸਿੰਪਲ ਹੈ 1300 ਕਿਲੋਮੀਟਰ ਦਰਿਆ ਹੈ ਸਾਡੇ ਕੋਲ ਤੇਲੰਗਾਨਾ 300 ਕਿਲੋਮੀਟਰ ਦਰਿਆ ਦੇ ਵਿੱਚੋਂ 2400 ਕਰੋੜ ਰੁਪਈਆ ਕੱਢਦਾ 3 ਸਾਲ ਦੇ ਸਮਝੋ ਮੇਰੀ ਗੱਲ ਇਹੋ ਜਿਹੇ ਕਈ ਸਟੇਟ ਨੇ ਚਾਹੇ ਤੁਸੀਂ ਤੇਲੰਗਾਨਾ ਲੈ ਲਓ ਚਾਹੇ ਤੁਸੀਂ ਆਂਧਰਾ ਪ੍ਰਦੇਸ਼ ਲੈ ਲਓ ਜਿਨ੍ਹਾਂ ਨੇ ਇਹ ਕਰਕੇ ਦਿਖਾਇਆ ਔਰ ਹਜ਼ਾਰ ਕਰੋੜ ਤੋਂ ਉੱਤੇ ਲੈਂਦੇ ਆ ਸਾਡੇ ਕੋਲ ਮੈਕਸਿਮਮ ਦਰਿਆ ਹੈ ਤੇਲੰਗਾਨਾ ਇੱਕ ਹਫ਼ਤੇ 'ਚ 50 ਕਰੋੜ ਰੁਪਈਆ ਕੱਢਦਾ ਰੇਤੇ ਚੋਂ ਔਰ ਉਹ ਵੀ ਪੀਲਾ ਰੇਤਾ ਹੈ ਕੱਕਾ ਰੇਤਾ ਅਸੀਂ 1300 ਕਿਲੋਮੀਟਰ ਜੋ ਘੱਟ ਤੋਂ ਘੱਟ ਦੀ 2 ਤੋਂ 3000 ਕਰੋੜ ਰੁਪਏ ਕੇਬਲ ਦੀ ਮੋਨੋਪੋਲੀ ਤੋੜਾਂਗੇ ਇੱਕ MSO ਹੈ ਜੁਝਾਰ ਔਰ ਕਿਹਦਾ ਉਹ ਸੁਖਬੀਰ ਦਾ ਦਲਾਲ ਸਮਝੇ ਨਹੀਂ ਨਾ 5 ਪੈਸੇ ਲਿੱਤੇ ਉਹ ਤੋਂ ਕਦੇ ਤੇ ਨਾ ਹੀ ਸਟੇਟ ਨੂੰ ਆਏ ਆ ਜੇ ਤੇ ਕੋਈ ਸੈਟੇਲਾਈਟ ਤੋਂ ਲੈਂਦਾ ਹੈ ਜੇ ਵੱਡੇ ਚੈਨਲ ਨੇ ਉਹ ਸੈਟੇਲਾਈਟ ਤੋਂ ਲੈਂਦੇ ਨੇ ਗਵਰਨਮੈਂਟ ਆਫ ਇੰਡੀਆ ਨੂੰ ਪੇ ਕਰਦੇ ਨੇ ਲੇਕਿਨ ਜਿਹੜਾ ਬੰਦਾ ਪੰਜਾਬ ਦੀ ਕੇਬਲ ਨੂੰ ਯੂਜ਼ ਕਰੇਗਾ ਸਾਡੀ ਧਰਤੀ ਤੋਂ ਪਈ ਹੋਈ ਹੈ ਉਹ ਕੇਬਲ ਸਾਡੇ ਪੋਲਾਂ ਦੇ ਉੱਤੇ ਆ ਉਹ ਕੇਬਲ ਉਹ ਕੈਰੇਜ ਫੀ ਦੇਗਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ ਫਿਰੋਜ਼ਪੁਰ ਦਿਹਾਤੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਆਸ਼ੂ ਬਾਂਗੜ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਗੰਭੀਰ ਦੋਸ਼ ਲਗਾਏ ਹਨ ਪਾਰਟੀ ਦੀ ਸੇਵਾ ਕਰਦਿਆਂ ਲੋਕਾਂ ਦੀ ਸੇਵਾ ਦੇ ਵਿੱਚ ਹਮੇਸ਼ਾ ਹਾਜ਼ਰ ਰਿਹਾ ਹਲਕੇ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਵਿਚਰ ਰਹੇ ਹਾਂ ਪਰ ਇਸ ਕਰਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਸਾਡੀ ਵਲੰਟੀਅਰ ਦੀ ਆਵਾਜ਼ ਹੈ ਉਹਨੂੰ ਦਬਾਇਆ ਜਾ ਰਿਹਾ ਕਿਉਂਕਿ ਇੱਥੇ ਪੰਜਾਬ ਦਾ ਸਟਰਕਚਰ ਜਾਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਬਿਲਕੁਲ ਇਗਨੋਰ ਕੀਤਾ ਜਾ ਰਿਹਾ ਇੱਥੇ ਇੱਕੋ ਇੱਕ ਲੀਡਰ ਹੈ ਉਹ ਹੈ ਰਾਘਵ ਚੱਡਾ ਜਿਹੜਾ ਸਾਰੀ ਸਟੇਟਮੈਂਟ ਸਾਰੇ ਬਿਆਨ ਦਿੰਦਾ ਹੈ ਪਾਰਟੀ ਦਾ ਪ੍ਰਧਾਨ ਦਾ ਕੋਈ ਵਜੂਦ ਨਹੀਂ ਇੱਥੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪਾਰਟੀ ਲਈ ਧੱਕੇ ਖਾਦੇ ਕੁਰਬਾਨੀਆਂ ਦਿੱਤੀਆਂ ਉਹਨਾਂ ਬੰਦਿਆਂ ਦੀ ਕੋਈ ਪੁੱਛਗਿੱਛ ਨਹੀਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਕੰਪਨੀ ਹੈ ਆਮ ਆਦਮੀ ਪਾਰਟੀ ਨਹੀਂ ਹੈ ਕਿਉਂਕਿ ਮੈਂ ਬੜਾ ਸਟ੍ਰੈਸ ਦੇ ਵਿੱਚ ਇਸ ਚੀਜ਼ ਨੂੰ ਫੀਲ ਕਰ ਰਿਹਾ ਕਿ ਆਮ ਆਦਮੀ ਪਾਰਟੀ ਇੱਕ ਕੰਪਨੀ ਤੌਰ ਦੇ ਉੱਤੇ ਪੰਜਾਬ ਨੂੰ ਚਲਾਉਣਾ ਚਾਹੁੰਦੀ ਹੈ ਉਹਦੀ ਇੱਕ ਜਿੱਦੀ ਜਾਦੀ ਮਿਸਾਲ ਮੈਂ ਖੁਦ ਆਪ ਹਾਂ ਕਿਉਂਕਿ ਇੰਨਾ ਕੁ ਜ਼ਿਆਦਾ ਸਟ੍ਰੈਸ ਦਿੱਤਾ ਜਾ ਰਿਹਾ ਹੈ ਇੰਨਾ ਕੁ ਟੌਰਚਰ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਟਿਕਟ ਕੱਟ ਦਿਆਂਗੇ ਤੁਹਾਡਾ ਅਗਰ ਤੁਸੀਂ ਆਹ ਚੀਜ਼ਾਂ ਨਹੀਂ ਪੂਰੀਆਂ ਕਰੋਗੇ ਸੋ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਤੋਂ ਅੱਜ ਆਪਣਾ ਅਸਤੀਫਾ ਦਿੰਦਾ ਹਾਂ ਕਿਉਂਕਿ ਮੈਂ ਇੰਨਾ ਡਿਪਰੈਸ਼ਨ ਦੇ ਵਿੱਚ ਟੌਰਚਰ ਦੇ ਵਿੱਚ ਕੰਮ ਨਹੀਂ ਕਰ ਸਕਦਾ ਕਿਉਂਕਿ ਮੇਰੇ 'ਚ ਤਾਕਤ ਹੈ ਸੱਚ ਨੂੰ ਸੱਚ ਕਹਿਣ ਦੀ ਝੂਠ ਨੂੰ ਝੂਠ ਬੋਲਣ ਦੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲੀ ਇਲੈਕਟ੍ਰਿਕ ਬੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਕੇਜਰੀਵਾਲ ਨੇ ਕਿਹਾ ਕਿ ਅੱਜ ਦਿੱਲੀ ਦੀ ਪਹਿਲੀ ਇਲੈਕਟ੍ਰਿਕ ਬੱਸ ਸੜਕ ਤੇ ਉਤਰੀ ਹੈ ਉਹਨਾਂ ਕਿਹਾ ਕਿ ਮੈਂ ਸਮਝਦਾ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਜਿਵੇਂ ਪੁਰਾਣੀਆਂ ਬੱਸਾਂ ਹਟਦੀਆਂ ਜਾਣਗੀਆਂ ਉਵੇਂ ਇਲੈਕਟ੍ਰਿਕ ਬੱਸਾਂ ਦਿੱਲੀ ਦੀਆਂ ਸੜਕਾਂ ਤੇ ਆਉਂਦੀਆਂ ਜਾਣਗੀਆਂ प्रदूषण को कंट्रोल करने की दिशा में यह बहुत ही महत्वपूर्ण कदम है। इंसिडेंट कई मायनों में इम्पॉर्टेंट है। सबसे पहले तो एक तरह से ट्रांसपोर्ट के क्षेत्र में एक नए युग की शुरुआत हुई है दिल्ली में, जबकि बिजली से चलने वाली पहली बस आज सड़क पे उतरी है। और मैं समझता हूँ कि आने वाले सालों के अंदर धीरे धीरे करके जैसे जैसे पुरानी बसें हटती जाएंगी वैसे वैसे अब इलेक्ट्रिक बसेस दिल्ली की सड़कों पे आती जाएंगी। प्रदूषण को कंट्रोल करने के दिशा में ये बहुत महत्वपूर्ण कदम है। अभी आप लोगों ने देखा जब बस चली ना तो इसमें आवाज़ आती और एक ज़रा सा भी धुआं, ज़ीरो एमिशन है, कोई भी धुआं इस बस से नहीं निकलता। तो प्रदूषण को कंट्रोल करने की दिशा में ये बहुत बड़ा कदम है।
आज पहली बस गई है और अप्रैल तक हमें उम्मीद है 300 बसें आ जाएंगी और हमारा टारगेट है उसके बाद 2000 और बसेस अगले कुछ वर्षों के अंदर 2000 और इलेक्ट्रिक बसेस लाने का। एक और भी आज बड़ी बात ये हुई है कि 2011 से के बाद से आज तक डीटीसी के बेड़े में एक भी नई बस नहीं आई थी। कुछ ना कुछ ग्रहण लगा हुआ था, कुछ जिंक्स लगा हुआ था। जब भी कोशिश की जाती थी तरह तरह की अड़चनें आ जाती थी। मैं समझता हूँ कि आज इस पहली बस ये आज डीटीसी के बेड़े में आई है, ये क्लस्टर में नहीं है, डीटीसी की ओनरशिप में है। तो आज हमने हवन भी किया, सब भगवान से भी प्रार्थना की है। हम समझते हैं कि ये जिंक्स टूटेगा और अब डीटीसी के अंदर और नई बसें आनी चालू होंगी। अगर आपका कोई प्रश्न है तो। हाँ, चार्जिंग 1 से 1.5 घंटा फास्ट चार्जिंग में ये है। एक चार्ज में 120 किलोमीटर मिनिमम 120 किलोमीटर ये बस चल लेती है और जितने भी हमारे डिपोज हैं सब में चार्जिंग की व्यवस्था अब की जा रही है और एक बार डिस्चार्ज होने के बाद लगभग 1 से 1.5 घंटे की फास्ट चार्जिंग में ये कंप्लीट हो जाती है। पंजाब में चुनाव टालने को लेकर अभी यहाँ पे ये सरकारी मीटिंग है तो सरकारी क्वेश्चन अगर सरकार से संबंधित हो, राजनीति बाद में। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਖਰੜ ਤੋਂ ਅਕਾਲੀ ਬਸਪਾ ਦੇ ਸਾਂਝੇ ਉਮੀਦਵਾਰ ਰਣਜੀਤ ਸਿੰਘ ਗਿੱਲ ਵੱਲੋਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਸੁਖਬੀਰ ਬਾਦਲ ਨੇ ਸਿੱਖਿਆ ਦੇ ਮੁੱਦੇ ਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਹੈ ਅਤੇ ਉਹ ਅਕਾਲੀ ਦਲ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾਂ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਵੱਲ ਆਪਣਾ ਧਿਆਨ ਕੇਂਦਰਿਤ ਕਰਨਗੇ। हाँ जी, सत श्री अकाल जी। मेरा एक सवाल है सुखबीर सिंह बादल जी से कि एक गरीब व्यक्ति को अपने बच्चे के लिए किस प्रकार का प्रोफेशनल कोर्स करवाए, इसके बारे में आपका क्या विचार है? धन्यवाद। ਕਾਉਂਸਲਿੰਗ ਸੌਰਟ ਆਫ ਮੇਰੇ ਖਿਆਲ ਗੱਲ ਕੀਤੀ ਇਹਨਾਂ ਨੇ। ਹਾਂ ਜਿਹੜੇ ਗੱਲ ਕੀਤੀ ਹੈ ਬੜਾ ਅਹਿਮ ਸਵਾਲ ਹੈ ਕਿਉਂਕਿ ਜਿਹੜੇ ਗਰੀਬ ਹੈ ਜਦੋਂ ਪੜ ਜਾਂਦਾ 10ਵੀਂ ਚ ਹੁੰਦਾ ਹੈ ਹਾਂਜੀ ਹਾਂ ਉਹਨੂੰ ਪਤਾ ਹੀ ਨਹੀਂ ਕਿ ਕਿਹੜੀ ਡਾਇਰੈਕਸ਼ਨ ਜਾਣਾ ਹੈ। ਬਿਲਕੁਲ ਉਹ ਵਿਚਾਰਾ 12ਵੀਂ ਕਰ ਲੈਂਦਾ ਹਲੇ ਵੀ ਨਹੀਂ ਪਤਾ ਹੁੰਦਾ। ਹਾਂਜੀ ਤੇ ਆ ਇੱਕ ਬਹੁਤ ਵੱਡੀ ਲੋੜ ਆਪਣੇ ਐਜੂਕੇਸ਼ਨ ਸਿਸਟਮ 'ਚ ਆਪਾਂ ਨੂੰ ਪਾਉਣੀ ਪੈਣੀ ਹੈ ਕਿ ਜਦੋਂ ਬੰਦਾ 10ਵੀਂ ਪਾਸ ਹੁੰਦਾ ਹੈ 11ਵੀਂ 12ਵੀਂ ਦੀ ਕਿਉਂਕਿ ਫਿਰ ਫੀਲਡਾਂ ਲੈਣੀ ਪੈਣੀ ਕਹਿੰਦੇ ਕਿ ਸਾਇੰਸ ਸਟਰੀਮ ਜਾਣਾ ਦੂਜਾ ਹਾਂਜੀ 10ਵੀਂ 'ਚ ਜਿੰਨੇ ਸਕੂਲ ਪੰਜਾਬ ਦੇ ਹੈ ਮੈਂਡੇਟਰੀ ਕਰਾਂਗੇ ਕੈਰੀਅਰ ਕਾਉਂਸਲਿੰਗ ਕਿ ਉੱਥੋਂ 10ਵੀਂ 'ਚ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਜੇ ਆਹ ਕਰੋਗੇ ਤੇ ਇਹਦਾ ਆਹ ਫਾਇਦਾ ਹੈ, ਆਹ ਕਰੋਗੇ ਤੇ ਆਹ ਫਾਇਦਾ ਹੈ, ਆਹ ਕਰੋਗੇ ਤੇ ਆਹ। ਜਿੰਨੇ ਚੰਗੇ ਪ੍ਰਾਈਵੇਟ ਸਕੂਲ ਹੈਗੇ ਉੱਥੇ ਕਾਉਂਸਲਿੰਗ ਹੈ। ਮੈਂ ਦੇਖਿਆ ਵੱਡੇ ਵੱਡੇ ਸਕੂਲਾਂ 'ਚ ਹੈ ਪਰ ਮੈਂ ਦੇਖਿਆ ਨਾ ਸਰਕਾਰੀ ਸਕੂਲਾਂ 'ਚ ਹੈ ਤੇ ਨਾ ਜਿਹੜੇ ਦੂਜੇ ਛੋਟੇ ਪ੍ਰਾਈਵੇਟ ਸਕੂਲਾਂ 'ਚ। ਬਿਲਕੁਲ ਜੀ। ਆਹ ਕੈਰੀਅਰ ਕਾਉਂਸਲਿੰਗ ਮੈਨੂੰ ਲੱਗਦਾ ਮੈਂਡੇਟਰੀ ਕਰਾਈ ਜਾਏ ਸੋ ਦੈਟ ਜੇ ਕਈ ਬੱਚੇ ਕੱਲੀ ਆਪਣੀ ਸਕਿੱਲ ਟ੍ਰੇਨਿੰਗ ਲੈ ਸਕਦੇ ਆ। ਹਾਂਜੀ ਜਿਹਨੇ ਕੋਈ ਐ ਨਹੀਂ ਕਿ ਐਮਏ ਕਰਨੀ ਹੈ BA ਕਰਨੀ ਹੈ, ਕੋਈ ਮਕੈਨਿਕ ਦੀ ਟ੍ਰੇਨਿੰਗ ਲੈ ਲੇ, ਕੋਈ ਆਪਣਾ ਟੈਕਸਟਾਈਲ ਡਿਜ਼ਾਈਨਿੰਗ ਦੀ ਟ੍ਰੇਨਿੰਗ ਲੈ ਲੇ। तो स्किल ट्रेनिंग तरफ फोकस होना चाहिए क्योंकि हुण सारा सिस्टम जिवें पहले किया एजुकेशन सिस्टम नू रिव्यू करके फोकस करके प्लान बनाया जाए कि असी अगले 5 सालों के अंदर एक डायरेक्शन वाला एजुकेशन सिस्टम देना है, डायरेक्शन लेस एजुकेशन सिस्टम नहीं लेना जी। बिल्कुल तो उसे दी फोकस जिवें मैं किया मेरी आने वाली प्रायोरिटी दो चीज़ां च है, एक एजुकेशन सिस्टम नू ठीक करना भावें कितना मर्जी पैसा लग जाए एक बार ला के ढांचे नू ठीक करना, दूजा आ हेल्थ केयर क्योंकि जी जान है तो जान सारा कुछ है। बिल्कुल जे जान ही नहीं है थोड़ी तो फिर आप सरकार का की फायदा जी वाकई जी।